ਜਦੋਂ ਮੈਂ ਉਹਨਾਂ ਦੇ ਨਾਲ ਖੜੇ ਹੋ ਕੇ ਆਵਾਜ਼ ਚੱਕੀ ਤਾਂ ਵਰਕਰ ਦਾ ਖਿਤਾਬ ਦਿੱਤਾ ਗਿਆ। ਮੈਨੂੰ ਬੋਲਿਆ ਗਿਆ ਕਿ ਮੈਂ ਦੋਨਾਂ ਦੇ ਨਾਲ ਸੁੱਤੀ ਹਾਂ। ਬੰਦਾ ਕਿੰਨਾ ਵਾਰ ਸੁਣਦਾ ਹੈ, ਕੋਨੀ ਵਾਰ ਸੁਣਦਾ ਹੈ। ਬ੍ਰਦਰ, ਮੈਂ ਪੜ੍ਹੀ ਲਿਖੀ ਐਜੂਕੇਟਿਡ ਗਰਲ ਹੈ, ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੀ ਸੀਗੀ। ਤਾਂ ਫਿਰ ਮੈਂ ਜਦੋਂ ਆਵਾਜ਼ ਚੱਕੀ ਹਾਂ ਕੀਤਾ ਹੈ ਗੁਰਦੁਆਰਾ 'ਚ, ਬਸ ਉਹ ਸਟੇਟਮੈਂਟ ਨੇ ਮੇਰੀ ਲਾਈਫ ਹੌਰੀਬਲ ਕਰਤੀ। ਉਹਨਾਂ ਨੇ ਮੇਰੇ ਤੋਂ ਪਤਾ ਕੀ ਪੁੱਛਿਆ, ਤੂੰ ਤਾਂ ਜੇਲ੍ਹ 'ਚ ਵੀ ਨਹੀਂ ਪਾਉਂਦੀ। ਤੇ ਪਾਸਟਰ ਅੰਕੁਰ ਨਰੂਲਾ ਨੂੰ ਲੈ ਕੇ ਇੱਕ ਹੋਰ ਵਿਵਾਦ ਖੜਾ ਹੋ ਗਿਆ ਹੈ। ਇੱਕ ਮਹਿਲਾ ਅੱਜ ਜਲੰਧਰ ਪਹੁੰਚੇ ਨੇ ਤੇ ਪੱਤਰਕਾਰਾਂ ਦੇ ਰੂਬਰੂ ਹੋ ਕੇ ਉਹਨਾਂ ਨੇ ਪਾਸਟਰ ਅੰਕੁਰ ਨਰੂਲਾ ਦੇ ਉੱਤੇ ਇਹੋ ਜਿਹੇ ਇਲਜ਼ਾਮ ਲਾਏ ਨੇ ਜਿਹੜੇ ਸੁਣ ਕੇ ਸ਼ਾਇਦ ਹੋਸ਼ ਉੱਡ ਜਾਣਗੇ। ਕੀ ਕੁਝ ਕਹਿਣਾ ਉਹਨਾਂ ਦੇ, ਕਿਹੜੇ ਇਲਜ਼ਾਮ ਉਹਨਾਂ ਨੇ ਲਾਏ ਨੇ ਪਾਸਟਰ ਅੰਕੁਰ ਨਰੂਲਾ ਤੇ, ਇੱਕ ਵਾਰ ਜਾਣ ਲੈਂਦੇ ਹਾਂ। ਮੈਮ, ਤੁਹਾਡਾ ਕੀ ਕਹਿਣਾ? ਪਹਿਲੀ ਗੱਲ ਸਰ, ਮੈਂ ਉਹਨਾਂ ਉੱਪਰ ਕੋਈ ਇਲਜ਼ਾਮ ਨਹੀਂ ਲਗਾਏ। ਬਾਬਾ ਅੰਕੁਰ ਨਰੂਲਾ ਉੱਪਰ ਮੈਂ ਕੋਈ ਇਲਜ਼ਾਮ ਨਹੀਂ ਲਗਾਇਆ। ਜੋ ਕੁਝ ਵੀ ਹੋਇਆ ਮੈਂ ਤੁਹਾਨੂੰ ਸ਼ੋ ਕੀਤਾ, ਤੁਹਾਡੇ ਸਾਹਮਣੇ ਕੀਤਾ। ਕੋਈ ਵੀ ਮੈਂ ਇਲਜ਼ਾਮ ਨਹੀਂ ਲਾਇਆ। ਜੋ ਉਹਨੇ ਸਬੂਤਾਂ ਦੇ ਰਾਹੀਂ ਮੈਂ ਤੁਹਾਨੂੰ ਆਈ ਹੈਵ ਗਿਵਨ ਆਲ ਦ ਪ੍ਰੂਫਸ ਕਿ ਜੋ ਵੀ ਉਹਨੇ ਡਰਾਮਾ ਉਹ ਕਰ ਕਰਕੇ ਆਪਣੇ ਡੇਰੇ 'ਚ ਦਿਖਾਉਂਦਾ, ਜੋ ਕਿ ਅਕੋਰਡਿੰਗ ਟੂ ਬਾਈਬਲ ਨਹੀਂ ਆ। ਠੀਕ ਹੈ, ਯਿਸੂ ਮਸੀਹ ਨੇ, ਪ੍ਰਭੂ ਯਿਸੂ ਮਸੀਹ ਨੇ ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਆ। ਠੀਕ ਹੈ, ਹੋਰ ਜਦੋਂ ਮੇਰੇ ਵਰਗਾ ਬੰਦਾ ਆਵਾਜ਼ ਚੱਕਦਾ ਹੈ ਤਾਂ ਫਿਰ ਉਹਨਾਂ ਨੂੰ ਉਹ 295 ਇਹ ਦੀ ਧਾਰਾ ਲਗਾ ਦਿੰਦੇ ਆ, ਜਿਸ ਕਾਰਨ ਉਸ ਤੋਂ ਬਾਅਦ ਉਹ ਜੇਲ੍ਹ ਕੱਟਦੇ ਆ। 42 ਦਿਨ ਦੀ ਜੇਲ੍ਹ ਕੱਟਦੇ, ਪਲੱਸ ਉਹਦੀ ਫੈਮਿਲੀ ਉਹਦਾ ਸਾਥ ਛੱਡ ਦਿੰਦੀ ਆ। ਬਹੁਤ ਤਰ੍ਹਾਂ ਦੇ ਮੇਰੇ ਬੈਕਬੋਨ ਤੋੜ ਦਿੱਤੀ ਜਾਂਦੀ ਆ ਤਾਂ ਕਿ ਮੈਂ ਮੀਡੀਆ ਦੇ ਸਾਹਮਣੇ ਨਾ ਆਵਾਂ। ਮੇਰਾ ਨਿਊਜ਼ ਚੈਨਲ ਜਿਹੜਾ YouTube ਚੈਨਲ ਹੈ, ਸੌਰੀ, ਯਹੋਵਾ ਕਾ ਸੁਸਮਾਚਾਰ, ਉਹਨੂੰ ਉਹਨਾਂ ਨੇ ਹੈਕ ਕਰ ਲਿਆ ਸੋ ਦੈਟ ਆਈ ਕੁਡ ਨਾਟ ਓਪਨ ਮਾਈ ਮਾਊਥ। ਮੈਨੇ ਤੁਹਾਡੇ ਸਾਹਮਣੇ ਮੈਂ ਨਾ ਆਵਾਂ, ਇਸ ਕਰਕੇ ਉਹਨੇ ਹਰ ਮਤਲਬ ਕੋਸ਼ਿਸ਼ ਕਰ ਲਈ ਹੈ। ਪਰ ਮੈਂ ਅੱਛਾ, FIRs ਤੁਸੀਂ ਕਹਿੰਦੇ ਦਰਜ ਹੋ ਗਈਆਂ ਤੁਹਾਡੇ ਤੇ, 2 FIRs, ਇੱਕ 'ਚ 295 ਵੀ ਤੁਸੀਂ ਕਹਿੰਦੇ ਹੋ। ਕਿਹੜੇ ਕਾਰਨਾਂ ਕਰਕੇ FIRs ਹੋਈਆਂ ਤੁਹਾਡੇ ਤੇ? ਹੁਣ ਤੱਕ ਕਿਹੜੇ ਇਲਜ਼ਾਮ ਦੋਸ਼ ਲਾਏ ਨੇ ਉਹਨਾਂ ਨੇ? ਕੀ ਸਾਰਾ ਕੁਝ ਹੋਇਆ, ਵਿਸਥਾਰ ਨਾਲ ਦੱਸਿਓ। ਹਾਂਜੀ ਬ੍ਰਦਰ ਜੀ, ਪਿਛਲੇ ਸਾਲ ਅਸੀਂ ਧਰਨਾ ਲਾਇਆ ਸੀਗਾ। ਠੀਕ ਹੈ, ਮੇਰੇ ਨਾਲ 2 ਮੁੰਡੇ ਸੀਗੇ, ਇੱਕ ਅਬਰਾਹਮ ਜੌਨ ਸੀਗਾ ਤੇ ਇੱਕ ਦਲਜੀਤ ਮਾਨ ਸੀ। ਇਹਨਾਂ ਨਾਲ ਬਹਿ ਕੇ ਅਸੀਂ ਲੋਕਾਂ ਨੇ ਦਿੱਲੀ ਧਰਨਾ ਦਿੱਤਾ ਸੀਗਾ। 44 ਡਿਗਰੀ ਦੇ ਵਿੱਚ 44 ਡਿਗਰੀ ਮਈ ਜੂਨ ਦਾ ਟਾਈਮ ਦੇ ਵਿੱਚ ਅਸੀਂ ਧਰਨਾ ਦਿੱਤਾ ਸੀਗਾ। ਧਰਨਾ ਵੀ ਇਸ ਕਰਕੇ ਦਿੱਤਾ ਸੀ ਕਿ ਬਾਬਾ ਅੰਕੁਰ ਨਰੂਲਾ ਬਾਈਬਲ ਦਾ ਕੇਕ ਬਣਾ ਕੇ ਚਾਕੂ ਨਾਲ ਕੱਟਦਾ ਹੈ, ਜੋ ਕਿ 2018 'ਚ ਆਵਾਜ਼ ਉਠਾਈ ਸੀ ਪਰ ਉਹਦਾ ਕੋਈ ਰਿਜ਼ਲਟ ਨਹੀਂ ਕੱਢਿਆ ਗਿਆ ਸੀਗਾ। ਠੀਕ ਹੈ, ਇਸ ਤੋਂ ਰਿਲੇਟਡ ਆਵਾਜ਼ਾਂ ਅਸੀਂ ਚੱਕੀਆਂ ਸੀਗੀ। ਹੋਰ ਜਿਹੜਾ ਵੀ ਬੰਦਾ ਇਹਦਾ ਮਤਲਬ ਵਿਰੋਧ ਕਰਦਾ ਉਹਦਾ ਉਹ ਹੱਥ ਕਟਾ ਦਿੰਦੇ, ਕਿਉਂਕਿ ਅਬਰਾਹਮ ਜੌਨ ਕਰਕੇ ਇੱਕ ਹੈਗੇ ਆ ਬ੍ਰਦਰ, ਉਹਨਾਂ ਦਾ ਵੀ ਹੱਥ ਉਹਨਾਂ ਨੇ ਕਟਾਤਾ। ਉਹਨਾਂ ਦੀ ਬਿਜਲੀ ਬੱਤੀ ਅੱਜ ਤੱਕ ਉਹ ਸਫਰ ਕਰ ਰਹੇ ਆ, ਮੈਨੂੰ ਪਤਾ ਹੈ ਇਸ ਗੱਲ ਦਾ। ਇਹ ਤਾਂ ਸਿਰਫ ਉਹਨਾਂ ਤੱਕ ਸੀਗਾ। ਜਦੋਂ ਮੈਂ ਉਹਨਾਂ ਦੇ ਨਾਲ ਖੜੇ ਹੋ ਕੇ ਆਵਾਜ਼ ਚੱਕੀ ਤਾਂ ਮੈਨੂੰ ਵਰਕਰ ਦਾ ਖਿਤਾਬ ਦਿੱਤਾ ਗਿਆ, ਕਿਉਂਕਿ ਮੇਰੇ ਨਾਲ 2 ਮੁੰਡੇ ਸੀ। ਮੈਨੂੰ ਇਹ ਇੰਨੇ ਅਸ਼ਲੀਲ ਕਮੈਂਟ ਸੀ, ਮੈਂ ਸਾਰੇ ਤੁਹਾਨੂੰ ਸ਼ੋਅ ਕਰਕੇ ਦਿਖਾ ਦਿੱਤੇ। ਮੈਨੂੰ ਇਹ ਦੱਸਿਆ ਗਿਆ ਕਿ ਮੈਂ ਉਹਨਾਂ ਦੇ ਨਾਲ, ਮੈਨੂੰ ਇਹ ਸ਼ਬਦ ਬੋਲਣ ਦਾ ਇੱਥੇ ਮਨ ਨਹੀਂ, ਪਰ ਮੈਂ ਬੋਲੂੰਗੀ ਕਿਉਂਕਿ ਸ਼ਰਮ ਨਹੀਂ ਮੈਂ ਕਰਨੀ। ਜੋ ਮੇਰੇ ਨਾਲ ਹੋਇਆ ਉਹ ਮੈਨੂੰ ਬੋਲਿਆ ਗਿਆ ਕਿ ਮੈਂ ਦੋਨਾਂ ਦੇ ਨਾਲ ਸੁੱਤੀ ਹਾਂ। ਹੋਰ ਜਦ ਕਿ ਮੇਰੇ ਕੋਲ ਬੰਗਲਾ ਸਾਹਿਬ ਦੇ ਸਾਰੇ ਪ੍ਰੂਫ ਹੈ ਕਿ ਮੈਂ ਉੱਥੇ ਰਿਹਾਇਸ਼ ਕੀਤੀ, ਕਿਉਂਕਿ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ। ਉਹ ਦੇਸ਼ ਦਾ ਸੰਵਿਧਾਨ ਸਾਨੂੰ ਰੋਕਦਾ ਨਹੀਂ ਆ ਟੂ ਰੀਡ ਬਾਈਬਲ। ਠੀਕ ਹੈ, ਤੇ ਜਦੋਂ ਮੈਂ ਇਸ ਚੀਜ਼ ਦੀ ਆਵਾਜ਼ ਚੱਕੀ ਤਾਂ ਇਹਨਾਂ ਨੇ ਮੈਨੂੰ ਅਸ਼ਲੀਲ ਕਮੈਂਟ ਪਾਣੇ ਸ਼ੁਰੂ ਕਰ ਦਿੱਤੇ ਕਿ ਤੂੰ ਕਰਦੀਆਂ 2 ਮੁੰਡਿਆਂ ਦੇ ਨਾਲ, ਤੂੰ ਇੱਦਾਂ ਕਰਦੀਆਂ ਗੁਰਦੁਆਰੇ 'ਚ। ਫਿਰ ਇੱਕ ਦਿਨ ਮੈਨੂੰ ਗੁੱਸਾ ਆਇਆ, ਬੰਦਾ ਕਿੰਨਾ ਵਾਰ ਸੁਣਦਾ ਹੈ, ਕੋਨੀ ਵਾਰ ਸੁਣਦਾ ਹੈ। ਬ੍ਰਦਰ, ਮੈਂ ਪੜ੍ਹੀ ਲਿਖੀ ਐਜੂਕੇਟਿਡ ਗਰਲ ਹੈ, ਮੈਂ ਇਹ ਚੀਜ਼ ਬਰਦਾਸ਼ਤ ਨਹੀਂ ਕਰ ਸਕਦੀ ਸੀਗੀ। ਤਾਂ ਫਿਰ ਮੈਂ ਜਦੋਂ ਆਵਾਜ਼ ਚੱਕੀ ਹਾਂ ਕੀਤਾ ਹੈ ਗੁਰਦੁਆਰਾ 'ਚ, ਬਸ ਉਹ ਸਟੇਟਮੈਂਟ ਨੇ ਮੇਰੀ ਲਾਈਫ ਹੌਰੀਬਲ ਕਰਤੀ। ਮੇਰੇ ਹਸਬੈਂਡ ਦੀ ਅੱਖਾਂ ਤੋਂ ਮੈਨੂੰ ਗਿਰਾ ਦਿੱਤਾ। ਜੇਲ੍ਹ ਕੱਟਣ ਤੋਂ ਬਾਅਦ, ਆਉਣ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਕੋਈ ਸਪੋਰਟ ਨਹੀਂ ਕੀਤਾ। ਉਹਨਾਂ ਨੂੰ ਡਰ ਸੀਗਾ ਕਿਸੇ ਤਰੀਕੇ ਦਾ ਕਿ ਕਿਤੇ ਬਾਬਾ ਅੰਕੁਰ ਨਰੂਲਾ ਉਹਨਾਂ ਨੂੰ ਕੁਛ ਨਾ ਕਰ ਦੇਣ ਜਾਂ ਫਿਰ ਬੱਚਿਆਂ ਦਾ ਨੁਕਸਾਨ ਨਾ ਕਰ ਦੇ। ਉਹਨਾਂ ਦੇ ਅੰਦਰ ਹੈਸੀਟੇਸ਼ਨ ਸੀ। ਜੋ ਮੇਰਾ ਹੱਥ ਫੜਦੇ ਤਾਂ ਅੱਜ ਨੂੰ ਉਹਨਾਂ ਨੇ ਬਹੁਤ ਅੱਗੇ ਨਿਕਲਣਾ ਸੀ, ਪਰ ਚਲੋ ਇਹ ਉਹਨਾਂ ਦੀ ਤਕਦੀਰ ਸੀਗੀ। ਤੇ ਮੇਰੇ ਨਾਲ ਉਹ ਮੇਰਾ ਮਾਲਿਕ ਬੈਠਾ ਹੈ ਤੇ ਮੈਨੂੰ ਪਤਾ ਹੈ ਕਿ ਮੇਰੀ ਆਵਾਜ਼, ਮੈਂ ਇਹਨਾਂ ਦੇ ਖਿਲਾਫ ਕੋਈ ਕੰਪਲੇਂਟ ਲਾਂਚ ਨਹੀਂ ਕੀਤੀ। ਇਹਨਾਂ ਨੇ ਜੋ ਮੇਰੇ ਨਾਲ ਕੀਤਾ ਉਹ ਤਾਂ ਕੀਤਾ। ਕਿਉਂ ਕੰਪਲੇਂਟ ਲਾਂਚ ਨਹੀਂ ਕੀਤੀ? ਬੰਦਾ ਤੁਹਾਨੂੰ ਇੰਨਾ ਕੁਝ ਕਹਿਤਾ, ਸਭ ਤੋਂ ਪਹਿਲਾਂ ਤਾਂ ਆਹੀ ਹੁੰਦਾ ਕਿ ਇੱਕ ਫੀਮੇਲ ਨੂੰ ਇੰਨਾ ਕੁਝ ਕਹਿਤਾ ਤੇ ਕੰਪਲੇਂਟ ਲਾਂਚ ਕਰੋ। ਸਰ, ਮੈਂ ਕਿਉਂ ਨਹੀਂ ਲਾਂਚ ਕੀਤੀ? ਕਿਉਂਕਿ ਮੈਨੂੰ ਉਸ ਰੱਬ ਉੱਪਰ ਭਰੋਸਾ ਸੀ। ਮੈਂ ਜਿਸ ਨੂੰ ਫੋਲੋ ਕਰਦੀ ਹਾਂ ਉਹਨੂੰ ਕਹਿੰਦੇ ਬਾਈਬਲ, ਉਹਦੇ 'ਚ ਕਿਹਾ ਗਿਆ ਹੈ ਕਿਸੇ ਨੂੰ ਵੀ ਕੁਛ ਬੇਗੁਨਾਹ ਦੋਸ਼ ਨਾ ਲਾ। ਸਰ, ਮੈਂ ਬੋਲਿਆ ਜ਼ਰੂਰ ਹੈ ਬਾਬੇ ਨੂੰ, ਮੈਂ ਬੋਲਿਆ ਜ਼ਰੂਰ ਆ, ਮੈਂ ਮੰਨਦੀ ਹਾਂ, ਪਰ ਜੋ ਉਹਨੇ ਕਾਰੇ ਕਰਕੇ ਦਿਖਾਏ ਉਸ ਤੋਂ ਬਾਅਦ ਮੈਂ ਆਵਾਜ਼ ਰਾਈਜ਼ ਕੀਤੀ ਕਿ ਦਿਸ ਇਜ਼ ਨਾਟ ਅਕੋਰਡਿੰਗ ਟੂ ਬਾਈਬਲ। ਸੁਧਰ ਜਾ। ਮੈਂ ਬੈਠੀ ਰਹੀ। ਠੀਕ ਹੈ, ਹੋਰ ਤੁਸੀਂ ਵਿਸ਼ਵਾਸ ਕਰੋ, ਜੇਲ੍ਹ ਆਉਣ ਤੋਂ ਬਾਅਦ 3 ਮਹੀਨੇ ਬਾਅਦ 90 ਡੇਜ਼ ਦੇ ਅੰਤਰਾਲ 'ਚ ਚਲਾਨ ਆਉਂਦਾ ਹੁੰਦਾ। ਠੀਕ ਹੈ, 2 FIR ਲਾਂਚ ਹੋ ਗਈਆਂ ਸੀ ਮੇਰੇ ਉੱਪਰ। ਮੈਂ ਬੈਠੀ ਸੀ ਆਰਾਮ ਦੇ ਨਾਲ ਕਿ ਮੈਂ ਦੇਖਣ ਡਈ ਸੀ ਇਹਨਾਂ ਦਾ ਤਮਾਸ਼ਾ ਕਿ ਕੁਛ ਤਾਂ ਮੈਂ ਲਾਦੇਨ ਦੀ ਭੈਣ ਸੀ ਨਾ, ਮੈਂ ਤਾਂ ਲਾਦੇਨ ਦੀ ਭੈਣ ਸੀਗੀ। ਤਾਂ ਮੈਨੂੰ ਪਤਾ ਸੀਗਾ ਕਿ ਮੇਰਾ ਕੁਛ ਤਾਂ ਕ੍ਰਿਮੀਨਲ ਰਿਕਾਰਡ ਇਹਨਾਂ ਨੂੰ ਹੱਥ ਆਊਗਾ।
ਵਿਸ਼ਵਾਸ ਕਰੋ ਵੀਰ ਜੀ 1 ਸਾਲ ਹੋ ਗਿਆ ਮੇਰਾ ਕੁਛ ਨਹੀਂ ਆਇਆ ਤੇ ਮੈਨੂੰ ਇੰਨਾ ਵਿਸ਼ਵਾਸ ਹੈ ਉਸ ਮਾਲਿਕ ਉੱਪਰ ਕਿ ਮੇਰਾ ਅੱਗੇ ਵੀ ਕੁਛ ਨਹੀਂ ਆਉਣਾ ਤੇ ਮੈਨੂੰ ਇਹ ਗੱਲ ਦਾ ਪਤਾ ਹੈ ਮੈਂ ਉਸ ਪਰਮਾਤਮਾ ਦਾ ਸ਼ੁਕਰ ਕਰਦੀ ਜਿਹੜੇ ਲੋਕਾਂ ਨੇ ਮੇਰਾ ਹੱਥ ਛੱਡੇ ਦਿੱਤਾ ਉਹਦਾ ਮੈਂ ਸ਼ੁਕਰ ਕਰਦੀ ਹਾਂ। ਮੇਰੀ ਅੱਜ ਦੀ ਕਾਨਫਰੰਸ ਇਸ ਕਰਕੇ ਸੀਗੀ ਕਿ ਅੰਕੁਰ ਨਿਰੂਲਾ ਮੈਨੂੰ ਪਤਾ ਹੈ ਤੂੰ ਆਪਣੀ ਪੈਸਿਆਂ ਦੀ ਗਰਮੀ ਨਾਲ ਪੁਲਿਸ ਖਰੀਦ ਸਕਦਾ ਹੈ ਪਰ ਮੇਰੀ ਜ਼ਿੰਦਗੀ ਨੂੰ ਤੂੰ ਬਰਬਾਦ ਕੀਤਾ ਹੈ। ਮੈਂ ਇਸ ਚੀਜ਼ ਨੂੰ ਹਮੇਸ਼ਾ ਬੋਲਦੀ ਰਹੂੰਗੀ ਤਾਂ ਕਿ ਹੋਰ ਕਿਸੇ ਭੈਣ ਦੇ ਨਾਲ ਇਹ ਕਾਰਨਾਮਾ ਨਾ ਹੋਏ। ਸੱਚ ਬੋਲਣ ਦੀ ਸਜ਼ਾ ਮੈਂ ਖਾਧੀ ਆ। ਮੇਰਾ ਘਰ ਉਜੜਿਆ ਹੈ, ਮੇਰਾ ਅੰਦਰ ਕਲਪਿਆ ਹੈ, ਮੇਰੇ ਬੱਚਿਆਂ ਨੇ ਸੈਕਰੀਫਾਈਸ ਕੀਤਾ। ਮੇਰਾ ਹਸਬੈਂਡ ਦੁਬਈ 'ਚ ਸੀਗਾ, ਮੇਰੇ 2 ਬੱਚੇ ਇੱਥੇ ਸੀਗੇ, ਮੈਂ ਜੇਲ੍ਹ 'ਚ ਸੀਗੀ। ਕਿਸੇ ਨੇ ਇਹ ਨਹੀਂ ਦੇਖਿਆ ਕਿ ਮੇਰੇ ਬੱਚੇ ਕਿੱਦਾਂ ਪਲੇ ਕਿੱਦਾਂ ਹੋਇਆ। ਮੇਰੇ ਬੱਚਿਆਂ ਨੇ ਸੈਕਰੀਫਾਈਸ ਕੀਤਾ ਹੈ। ਮੇਰੇ ਮੱਥੇ ਦੇ ਉੱਪਰ ਸਟੈਗ ਲਗਾ ਦਿੱਤਾ ਗਿਆ ਕਿ ਮੈਂ ਇੱਕ ਜੇਲ੍ਹ ਤੋਂ ਨਿਕਲ ਕੇ ਆਈ ਹਾਂ। ਕਿਸੇ ਨੇ ਸ਼ਰੀਕਾ ਦੇਖਿਆ, ਕਿਸੇ ਨੇ ਕੁਛ ਦੇਖਿਆ ਕਿ ਸਾਡੀ ਇੱਜ਼ਤ ਕਿ ਸਭ ਨੇ ਮੈਨੂੰ ਧੱਕੇ ਮਾਰੇ। ਕੋਈ ਗੱਲ ਨਹੀਂ, ਮੈਂ ਉਸ ਰੱਬ ਦੇ ਲਈ ਚੁੱਪ ਕਰਕੇ ਬੈਠੀ ਹਾਂ ਤਾਂ ਨਹੀਂ ਮੈਂ ਵੀਰ ਜੀ ਕੰਪਲੇਨ ਲਾਂਚ ਕੀਤੀ। ਤੁਸੀਂ ਜੇਲ੍ਹ ਰਹਿ ਕੇ ਆਏ, ਤੁਹਾਨੂੰ ਜੇਲ੍ਹ ਹੋਈ, ਤੁਸੀਂ ਕਿੰਨਾ ਸਮਾਂ ਉੱਥੇ ਕੱਟਿਆ, ਕੀ ਕੁਝ ਤੁਹਾਡੇ ਨਾਲ ਹੋਇਆ? ਸਰ ਜੀ ਮੈਂ ਜੇਲ੍ਹ ਕੱਟੀ 42 ਦਿਨ ਦੀ ਜੇਲ੍ਹ ਕੱਟੀ। ਵਿਸ਼ਵਾਸ ਕਰੋਗੇ ਅੰਕੁਰ ਨਿਰੂਲਾ ਉੱਥੇ ਵੀ ਆਪਣੇ ਬੰਦਿਆਂ ਦੇ ਦੁਆਰਾ ਵਿੱਕੀ ਗੋਲਡ ਕੀ ਕਹਿੰਦੇ ਸੁਨੀਲ ਪਿੱਲੇ ਜ਼ੀਨੀਆ ਪਿੱਲੇ ਕਮੈਂਟ ਪ੍ਰੂਫ ਹੈ। ਮੈਂ ਜੋ ਵੀ ਬੋਲਦੀ ਹਾਂ ਪ੍ਰੂਫ ਦੇ ਨਾਲ ਬੋਲਦੀ ਹਾਂ। ਵਿਸ਼ਵਾਸ ਕਰੋਗੇ ਮੈਨੂੰ ਇੱਥੇ ਬੋਲਣਾ ਨਹੀਂ ਚਾਹੀਦਾ। ਉਹਨਾਂ ਨੇ ਮੇਰੇ ਤੋਂ ਪਤਾ ਕੀ ਪੁੱਛਿਆ, ਤੂੰ ਤਾਂ ਜੇਲ੍ਹ 'ਚ ਨਹੀਂ ਪਾਉਂਦੀ ਸੀ। ਵੀਰ ਜੀ ਮੈਂ ਤਾਂ ਆਮ ਨਾਟ ਫਰੋਮ ਦਿਸ ਸਟੇਟ, ਮੈਂ ਤਾਂ ਸਟੇਟ ਤੋਂ ਵੀ ਨਹੀਂ ਹਾਂ, ਮੈਂ ਤਾਂ ਸਟੇਟ ਤੋਂ ਵੀ ਨਹੀਂ ਹਾਂ। ਮੇਰਾ ਤਾਂ ਕੋਈ ਮੇਰੇ ਹਸਬੈਂਡ ਦੁਬਈ 'ਚ ਸੀਗੇ ਤਾਂ ਫਿਰ ਮੈਨੂੰ ਕੌਣ ਸਪਲਾਈ ਕਰਦਾ ਸਰ? ਮੈਨੂੰ ਕੌਣ ਅਪਲਾਈ ਕਰਦਾ? ਮੈਨੂੰ ਠੰਡ ਲੱਗਦੀ, ਮੀਂਹ ਆਉਂਦਾ ਤਾਂ ਮੈਨੂੰ ਕੌਣ ਚਾਦਰਾ ਦਿੰਦਾ? ਸਰ ਮੇਰੇ ਕੋਲ ਕੋਈ ਕੱਪੜਾ ਨਹੀਂ ਸੀਗਾ, ਮੇਰੇ ਕੋਲ ਕੁਛ ਨਹੀਂ ਸੀਗਾ। ਮੈਨੂੰ ਤਾਂ ਲੋਚ ਰੋਟੀਆਂ ਪਕਾਉਣੀਆਂ ਵੀ ਨਹੀਂ ਆਉਂਦੀ ਸੀ ਸਰ। ਮੈਂ ਕਿਉਂਕਿ ਹੌਸਟਲਾਂ ਦੀ ਲਾਈਫ ਪੜ੍ਹੀ ਹੋਈ ਹਾਂ, ਮੈਂ MBA ਕੀਤੀ ਹੋਈ ਹੈ ਸਰ। ਮੈਨੂੰ ਤਾਂ ਤੁਸੀਂ ਕਿੱਦਾਂ ਮੇਰੇ ਨਾਲ ਆ ਸਭ ਵਾਪਰ ਗਿਆ ਸਰ। ਪਰ ਕੋਈ ਗੱਲ ਨਹੀਂ ਸਰ, ਮੈਨੂੰ ਉਸ ਰੱਬ ਦੇ ਉੱਪਰ ਪੂਰਾ ਭਰੋਸਾ ਹੈ ਸਰ। ਨਹੀਂ, ਸਵਾਲ ਇਹ ਖੜਾ ਹੁੰਦਾ, ਤੁਹਾਡੇ ਕੋਲ ਸਾਰੇ ਸਬੂਤ ਹੈ, ਤੁਹਾਡੇ ਕੋਲ ਕਮੈਂਟਸ ਤੁਸੀਂ ਫੋਟੋਕਾਪੀਆਂ ਕਰਾ ਕੇ ਆਏ ਹੋ। ਇੰਨਾ ਸਭ ਕੁਝ ਹੁੰਦੇ ਹੋਏ ਵੀ ਇੱਕ ਇਸ ਤਰ੍ਹਾਂ ਕਹਿ ਦੇਣਾ ਕਿ ਮੈਨੂੰ ਰੱਬ ਤੇ ਭਰੋਸਾ ਹੈ ਤੇ ਮੈਂ ਕਾਨੂੰਨ ਦੀ ਮਦਦ ਨਹੀਂ ਲਵਾਂਗੀ। ਉਹਨਾਂ ਨੇ ਕਾਨੂੰਨ ਦੀ ਮਦਦ ਲੈ ਲਈ, ਉਹਨਾਂ ਨੇ ਤੁਹਾਨੂੰ ਜੇਲ੍ਹ ਕਰਾਤੀ। ਤੁਹਾਨੂੰ ਅਜੇ ਵੀ ਐਂ ਲੱਗਦਾ ਕਿ ਤੁਸੀਂ ਸਿਰਫ ਰੱਬ ਤੇ ਭਰੋਸਾ ਕਰਕੇ ਲੜਾਈ ਜਿੱਤ ਲੋਗੇ? ਹਾਂਜੀ ਸਰ, ਮੈਨੂੰ ਰੱਬ ਉੱਪਰ ਭਰੋਸਾ ਹੈ ਕਿਉਂਕਿ ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਇਹ ਚੀਜ਼ਾਂ ਮੈਨੂੰ ਪਤਾ ਹੈ। ਮੈਨੂੰ ਆਪਣੇ ਰੱਬ ਉੱਪਰ ਪੂਰਾ ਭਰੋਸਾ ਹੈ। ਅੰਕੁਰ ਨਿਰੂਲਾ ਪੋਲੀਟੀਕਲ ਪਾਵਰਸ ਦੇ ਨਾਲ ਪੁਲਿਸ ਨੂੰ ਆਪਣੇ ਰੱਖ ਕੇ ਆਪਣੇ ਕੰਟਰੋਲ 'ਚ ਰੱਖ ਕੇ ਮੇਰੇ ਨਾਲ ਇੱਦਾਂ ਕੀਤਾ। SHO ਜਤਿੰਦਰ ਕੁਮਾਰ ਜਿਹਨੇ ਮੇਰੀ ਲਾਈਫ ਬਿਨਾਂ ਦੇਖੇ ਅੱਗੇ ਤੋਂ ਅੱਗੇ ਸਪਲਾਈ ਕਰਕੇ ਜੱਜਸ ਦੇ ਸਾਹਮਣੇ ਘਸੀਟਿਆ। ਮੈਨੂੰ ਪਤਾ ਹੈ ਇਹਨਾਂ ਨੇ ਤਾਂ ਇਹਨਾਂ ਦੇ ਪਾਪ ਦੇ ਨਾਲ ਤਾਂ ਹੱਥ ਗੰਦੇ ਹੋ ਗਏ। ਮੈਂ ਕਿਉਂ ਆਪਣੇ ਹੱਥ ਗੰਦੇ ਕਰਾਂ? ਮੈਨੂੰ ਵਿਸ਼ਵਾਸ ਹੈ ਉਸ ਪਰਮਾਤਮਾ ਦੇ ਉੱਪਰ। ਮੈਨੂੰ ਆਈ ਬਿਲੀਵ ਇਨ ਗੋਡ। ਅੱਛਾ, ਹੁਣ ਤੁਸੀਂ ਇੰਨੇ ਬਿਆਨ ਸਾਂਝੇ ਕੀਤੇ ਨੇ, ਤੁਸੀਂ ਸਬੂਤ ਵੀ ਦੱਸਦੇ ਹੋ ਕਿ ਹੈਗੇ ਤੁਹਾਡੇ ਕੋਲ। ਹੁਣ ਗਾਂ ਕੀ ਕਰਨ ਦਾ ਪ੍ਰੋਗਰਾਮ ਹੈਗਾ? ਸਰ ਗਾਂ ਇਹ ਆ, ਮੈਨੂੰ ਪਤਾ ਹੈ ਕਿ ਅੱਗੇ ਵੀ ਹੋਰ ਮੇਰਾ ਚਲਾਨ ਨਹੀਂ ਆਉਣਾ। ਮੈਨੂੰ ਇਸ ਗੱਲ ਦਾ ਪਤਾ ਹੈ ਕਿਉਂਕਿ ਜੇ ਔਕਾਤ ਦੇ ਹੁੰਦੇ ਮੇਰੇ ਨਾਲ ਬੈਠਦੇ, ਮੈਂ ਵੀ ਕੇਸ ਇਸ ਕਰਕੇ ਚੁੱਪ ਕਰਕੇ ਬੈਠੀ ਸੀ। ਕਿਤੇ ਤਾਂ ਮੇਰੀ ਹੀਅਰਿੰਗ ਹੁੰਦੀ, ਮੈਂ ਕਿਤੇ ਤਾਂ ਸਬੂਤ ਲੈ ਕੇ ਜਾਂਦੀ, ਮੈਂ ਕਿਤੇ ਤਾਂ ਦਿਖਾਉਂਦੀ। ਮੈਨੂੰ ਵਿਸ਼ਵਾਸ ਸੀਗਾ ਪਰ ਮੇਰੇ ਕੁਝ ਨਹੀਂ ਆਇਆ। ਮੈਂ ਤਰੀਕਾ ਅੱਜ ਵੀ ਮੈਂ ਤਰੀਕਾ ਭੁਗਤਣ ਡਈ ਹਾਂ। ਕਿਉਂ ਨਹੀਂ ਆਏ ਚਲਾਨ? ਤੁਹਾਨੂੰ ਕੀ ਲੱਗਦਾ ਕੀ ਕੁਝ ਹੈ ਇਸ ਦੇ ਪਿੱਛੇ? ਸਰ ਮੇਰੇ ਅਗੇਂਸਟ ਕੁਝ ਹੋਊਗਾ ਤਾਂ ਨਾ ਆਊਗਾ। ਮੈਂ ਲਾਦੇਨ ਦੀ ਭੈਣ ਹੋਊਂਗੀ ਤਾਂ ਨਾ ਆਊਗਾ। ਤੁਹਾਨੂੰ ਇਹ ਨਹੀਂ ਲੱਗਿਆ ਕਿ ਜਿਹੜੇ ਹੁਣ ਮੌਜੂਦਾ ਉੱਥੇ ਹੈਗੇ ਨੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ? ਕਿ ਆ ਚੁੱਕੀ ਹਾਂ ਦਰਸ਼ਨ। ਉਹਨਾਂ ਨੇ ਕੀ ਕਿਹਾ? ਸਰ ਦਰਸ਼ਨ ਸਿੰਘ ਦੇ ਕੋਲ ਵੀ ਕੋਈ ਕੁਝ ਨਹੀਂ ਹੈ ਉਹਨਾਂ ਕੋਲ। ਉਹ ਵੀ ਕਹਿੰਦੇ ਆ ਕੋਈ ਗੱਲ ਨਹੀਂ, ਅਜੇ ਜਦੋਂ ਅਸੀਂ ਤੁਹਾਨੂੰ ਬੁਲਾਵਾਂਗੇ ਨਾ ਉਦੋਂ ਤੁਸੀਂ ਆਉਣਾ। ਮੈਂ ਕਿਹਾ ਕਿਤੇ ਇੱਦਾਂ ਨਾ ਹੋਵੇ ਤੁਸੀਂ ਮੈਨੂੰ PO ਦਾ ਕੇਸ ਪਾ ਦਿਓ। ਮੈਂ ਸਾਰਿਆਂ ਨੂੰ ਮਿਲ ਕੇ ਆ ਚੁੱਕੀ, ਸਤਨਾਮਪੁਰੇ ਥਾਣਾ ਵੀ ਜਾ ਚੁੱਕੀ ਹਾਂ। ਤੁਹਾਨੂੰ ਕੀ ਲੱਗਦਾ ਮੈਂ ਇੱਦਾਂ ਹੀ ਬੈਠੀ ਹਾਂ? ਮੈਂ ਚਲਾਨ ਵਾਸਤੇ ਰੋਜ਼ ਪਿੱਟਦੀ ਹਾਂ ਕਿ ਮੈਨੂੰ ਚਲਾਨ। ਅੰਕੁਰ ਨਰੂਲਾ ਨੇ ਤੁਹਾਡੇ ਤੱਕ ਨਹੀਂ ਪਹੁੰਚ ਕੀਤੀ? ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਹੁਣ ਤੱਕ ਕੀਤੀ ਹੋਵੇ? ਸਰ ਇੰਨਾ ਤਾਂ ਅਜੇ ਤੱਕ ਮੈਨੂੰ ਅੰਕੁਰ ਨਿਰੂਲਾ ਮਿਲਿਆ ਨਹੀਂ ਹੈ ਕਿ ਮੈਂ ਫੇਸ ਟੂ ਫੇਸ ਗੱਲ ਕਰਾਂ। ਬਟ ਹਾਂ ਮੈਂ ਸੁਣਿਆ ਹੈ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਮੇਰੇ ਲਈ ਕਾਲਸ ਆਉਂਦੇ ਆ, ਠੀਕ ਹੈ, ਜਿਹਦੇ ਵਿੱਚ ਮੈਨੂੰ ਹਟਾਉਣ ਵਾਸਤੇ। ਕੋਈ ਗੱਲ ਨਹੀਂ, ਕਿੰਨੀਆਂ ਬੈਕਬੋਨ ਤੋੜੋਗੇ ਮੇਰੀ, ਕਿੰਨੀ ਤੋੜੋਗੇ, ਪਰ ਇਹ ਮੇਰੀ ਜਿਹੜੀ ਜ਼ਬਾਨ ਹੈ ਚੱਲਦੀ ਰਹਿਣੀ ਹੈ ਸੱਚ ਵਾਸਤੇ। ਤੇ ਬਿਲਕੁਲ ਅੰਕੁਰ ਨਰੂਲਾ ਪਾਸਟਰ ਦੇ ਖਿਲਾਫ ਇਹ ਸਾਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਜੋ ਕੁਝ ਹੁਣ ਤੱਕ ਹੋਇਆ ਸਬੂਤਾਂ ਸਹਿਤ ਦਿਖਾਇਆ ਗਿਆ ਔਰ ਹੁਣ ਤੱਕ ਜੋ ਕੁਝ ਵੀ ਹੋਇਆ ਉਸ ਦਾ ਇੱਕ ਵੇਰਵਾ ਤੁਹਾਡੇ ਸਾਹਮਣੇ ਰੱਖਿਆ ਗਿਆ। ਇਹਨਾਂ ਦੇ ਇਲਜ਼ਾਮ ਜਿਹੜੇ ਸਬੂਤਾਂ ਸਣੇ ਲਾਏ ਗਏ ਨੇ ਉਹਨਾਂ 'ਚ ਕਿੰਨੀ ਸੱਚਾਈ ਹੈ ਇਹ ਜ਼ਰੂਰ ਸਬੂਤਾਂ ਨੂੰ ਦੇਖ ਕੇ ਪਰਖਣਾ ਪਵੇਗਾ। ਪਰ ਫਿਲਹਾਲ ਇਲਜ਼ਾਮਾਂ ਦਾ ਦੌਰ ਜਾਰੀ ਹੈ। ਜੋ ਕੁਝ ਵੀ ਹੋਏਗਾ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਨਾਲ। ਤੇ ਬੇਸ਼ੱਕ ਇਹ ਇੰਟਰਵਿਊ ਦੇਖ ਕੇ ਹਟੇ ਉਹ ਪਾਸਟਰ ਅੰਕੁਰ ਨਰੂਲਾ ਉੱਤੇ ਵੱਡੇ ਇਲਜ਼ਾਮ ਜ਼ਰੂਰ ਲੱਗ ਰਹੇ ਨੇ ਔਰ ਇਸ ਔਰਤ ਨੇ, ਇਸ ਮਹਿਲਾ ਨੇ ਇਲਜ਼ਾਮ ਲਾਏ ਵੀ ਨੇ। ਪਰ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਅਸੀਂ ਪਾਸਟਰ ਅੰਕੁਰ ਨਰੂਲਾ ਜਾਂ ਉਹਨਾਂ ਦੇ ਕਰੀਬੀਆਂ ਦੇ ਨਾਲ, ਖਾਸ ਕਰਕੇ ਉਹ ਕਰੀਬੀ ਜਿਨ੍ਹਾਂ ਦੇ ਨਾਮ ਇਸ ਵਿੱਚ ਲਏ ਗਏ ਨੇ, ਭਾਵੇਂ ਉਹ ਵਿੱਕੀ ਗੋਲਡ ਹੋਵੇ, ਭਾਵੇਂ ਉਹ ਪਾਸਟਰ ਨਰੂਲਾ ਹੋਣ, ਉਹਨਾਂ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ। ਤੁਹਾਨੂੰ ਉਹ ਸਕਰੀਨਸ਼ਾਟਸ ਵੀ ਦਿਖਾ ਰਹੇ ਹਾਂ ਜਿਹਦੇ ਵਿੱਚ ਉਹ ਨੰਬਰਸ ਨੇ ਜਿਨ੍ਹਾਂ ਦੇ ਉੱਤੇ ਫੋਨ ਕੀਤਾ ਗਿਆ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਸ਼ਿਸ਼
ਬੇਸੱਟਾ ਰਹੀ। ਇਹ ਕੋਸ਼ਿਸ਼ ਜਿਹੜੀ ਹੈ ਇਹ ਇਸੇ ਤਰ੍ਹਾਂ ਵਿਅਰਥ ਚੱਲ ਗਈ ਕਿਉਂਕਿ ਫੋਨ ਨਹੀਂ ਚੱਕੇ ਗਏ, ਕਾਲਾਂ ਨਹੀਂ ਚੱਕੀਆਂ ਗਈਆਂ। ਇਸ ਵਾਸਤੇ ਇਸ ਮਾਮਲੇ ਦਾ ਦੂਜਾ ਪੱਖ ਫਿਲਹਾਲ ਪੇਸ਼ ਨਹੀਂ ਕੀਤਾ ਜਾ ਸਕਿਆ, ਪਰ ਉਮੀਦ ਜਾਰੀ ਹੈ, ਕੋਸ਼ਿਸ਼ ਜਾਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਾਬਤਾ ਕਾਇਮ ਹੋਵੇ ਔਰ ਰਾਬਤਾ ਕਾਇਮ ਹੋਣ ਤੋਂ ਬਾਅਦ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਵੇ। ਗੱਲਬਾਤ ਕਰਨ ਤੋਂ ਬਾਅਦ ਭਾਵੇਂ ਉਹ ਪਾਸਟਰ ਅੰਕੁਰ ਨਰੂਲਾ ਨੇ ਜਿਨ੍ਹਾਂ ਦੇ ਉੱਤੇ ਇਹੋ ਜਿਹੇ ਸੰਗੀਨ ਇਲਜ਼ਾਮ ਲੱਗ ਰਹੇ ਨੇ, ਜਾਂ ਫਿਰ ਉਹਨਾਂ ਦੇ ਨਜ਼ਦੀਕੀ ਹੋਣ, ਉਹਨਾਂ ਦੇ ਕਰੀਬੀ ਹੋਣ, ਜਿਨ੍ਹਾਂ ਦੇ ਨਾਮ ਲੈ ਕੇ ਇਸ ਔਰਤ ਨੇ, ਇਸ ਬੀਬੀ ਨੇ ਇਲਜ਼ਾਮ ਲਾਏ ਨੇ, ਉਹਨਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਔਰ ਇਸ ਸਿੱਕੇ ਦਾ ਦੂਸਰਾ ਹਿੱਸਾ ਦੇਖਿਆ ਜਾ ਸਕੇ, ਇਸ ਮਾਮਲੇ ਦਾ ਦੂਸਰਾ ਪਹਿਲੂ ਸਾਹਮਣੇ ਲਿਆਇਆ ਜਾ ਸਕੇ। ਉਦੋਂ ਤੱਕ ਲਈ ਇਜਾਜ਼ਤ ਚਾਹੁੰਦੇ ਹਾਂ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.